ਉਹੀ ਗੱਲ ਕਰ ਰਿਹਾ ਕਿ ਇਹ ਜਿਹੜਾ ਐਪੀਸੋਡ ਹੋਇਆ ਨਾ ਪਿਛਲਾ, ਇਹ ਉਧਰ ਅਸੀਂ ਆਪਣਾ ਵਿਸ਼ਲੇਸ਼ਣ ਲਾਸਟ ਵਿੱਚ ਤੁਹਾਡੀ ਕਾਲ ਆਈ ਸੀ ਤੇ ਟਾਈਮ ਥੋੜਾ ਸੀਗਾ, ਨਹੀਂ ਕਰ ਪਾਏ। ਮੈਂ ਥੋੜਾ ਜਿਹਾ ਵਿਸ਼ਲੇਸ਼ਣ ਕਰਾਂਗਾ ਇਹਦਾ ਹੋਰ, ਕਿ ਬਈ ਵਰਪਾਲ ਰਾਣਾ ਦਾ ਮਸਲਾ ਜਿਹੜਾ ਉਹ ਇੱਕ ਇੰਡੀਵਿਜੂਅਲ ਕੈਪੈਸਿਟੀ ਦਾ ਮਸਲਾ ਸੀ, ਔਰ ਇੱਕ ਉਹਦੇ ਵਿੱਚ ਲੇਡੀ ਇਨਵੋਲਵ ਸੀ, ਉਹਦਾ ਵੀ ਇੰਡੀਵਿਜੂਅਲ ਮਸਲਾ ਸੀ, ਤੇ ਉਹਦੇ ਬਾਰੇ ਇਹਨਾਂ ਨੂੰ ਮਾਫੀਨਾਮਾ ਜਿਹੜਾ ਉਹ ਇਨਡੀਸੈਂਸੀ ਜਾਂ ਜੋ ਵੀ ਹੈ ਵੂਮਨ ਅਬਿਊਜ਼ ਦੇ ਮਾਮਲੇ ਪ੍ਰੂਵ ਹੋਏ। ਲੇਕਿਨ ਇਹ ਮਾਮਲਾ ਜਿਹੜਾ ਇਹ ਬ੍ਰੌਡਕਾਸਟਿੰਗ ਸਟੈਂਡਰਡ ਆਫ ਅਥਾਰਟੀ ਨੇ ਇਹ ਪਾਇਆ ਕਿ ਇਹ ਪੂਰੇ ਸਮਾਜ ਦੇ ਵਾਸਤੇ ਇਹਨਾਂ ਨੇ ਅਪਰਾਧ ਕਮਿਟ ਕੀਤਾ, ਕਿਸੇ ਨਿੱਜੀ ਬੰਦੇ ਨੂੰ ਨਹੀਂ ਟਾਰਗੇਟ ਕੀਤਾ ਇਹਨਾਂ ਨੇ, ਬਲਕਿ ਇਹਨਾਂ ਦਾ ਉਹ ਪ੍ਰੋਗਰਾਮ ਜਿਹਦੇ ਪ੍ਰਤੀ ਸ਼ਿਕਾਇਤ ਕੀਤੀ ਗਈ, ਉਹ ਸਟੇਟਮੈਂਟ ਇਹਨਾਂ ਦੀ ਸਮਾਜਿਕ ਅਪਰਾਧ ਸੀ, ਕਾਨੂੰਨ ਵਿਵਸਥਾ ਦੇ ਪ੍ਰਤੀ ਅਪਰਾਧ ਸੀ, ਸਮਾਜ ਦੇ ਵਿੱਚ ਬਦਅਮਨੀ ਫੈਲਾਉਣ ਵਾਲਾ ਸੀ, ਸਮਾਜ ਦੇ ਵਿੱਚ ਕਾਨੂੰਨ ਦੀ ਵਿਵਸਥਾ ਦੇ ਪ੍ਰਤੀ ਇੱਕ ਅਪਰਾਧਕ ਹੱਲਾਸ਼ੇਰੀ ਦੇਣ ਦਾ ਸੀ। ਇਸ ਵਾਸਤੇ ਜਿਹੜਾ ਉਹ ਪਿਛਲਾ ਜਿਹੜਾ ਇਹਨਾਂ ਦਾ ਸਟੇਟਮੈਂਟ ਆਈ ਹੈ ਨਾ, ਉਹ ਇਸ ਸੈਂਸ ਨਾਲ ਬ੍ਰੌਡਕਾਸਟਿੰਗ ਨੇ ਪਾਇਆ ਕਿ ਦੇ ਆਰ ਕਮਿਟਿੰਗ, ਇਹਨਾਂ ਨੇ ਪੂਰੇ ਸਮਾਜ ਦੇ ਪ੍ਰਤੀ ਅਪਰਾਧ ਕਮਿਟ ਕੀਤਾ, ਉਸ ਸਮਾਜ ਦੇ ਪ੍ਰਤੀ ਜਿਸ ਸਮਾਜ ਦੇ ਪ੍ਰਤੀ ਇਹਨਾਂ ਦਾ ਦਾਅਵਾ ਹੈ ਕਿ ਅਸੀਂ ਸਮਾਜ ਨੂੰ ਸੋਹਣਾ ਬਣਾਉਣਾ। ਠੀਕ ਹੈ ਨਾ, ਜਿਸ ਸਮਾਜ ਨੂੰ ਸੋਹਣਾ ਬਣਾਉਣਾ ਚਾਹੁੰਦੇ ਨੇ ਉਸ ਸਮਾਜ ਦੇ ਪ੍ਰਤੀ ਇਹ ਇੱਕ ਥ੍ਰੈਟ ਬਣ ਕੇ ਉਭਰ ਰਹੇ ਨੇ, ਇਹ ਅਥਾਰਟੀ ਦਾ ਕਹਿਣਾ। ਠੀਕ ਹੈ ਜੀ, ਉਹਨਾਂ ਨੇ ਕਿਹਾ ਕਿ ਕਰੂਰਤਾ ਫੈਲਾ ਰਹੇ ਨੂੰ ਸਮਾਜ ਦੇ ਪ੍ਰਤੀ, ਉਹਨਾਂ ਨੇ ਕਿਹਾ ਕਿ ਇਹ ਜੁਰਮ ਫੈਲਾ ਰਹੇ ਨੇ, ਇਹਨਾਂ ਦੀ ਟਿੱਪਣੀਆਂ ਜਿਹੜੀਆਂ ਉਹ ਅਪਰਾਧ ਪੈਦਾ ਕਰ ਸਕਦੀਆਂ, ਉਹਨਾਂ ਨੇ ਕਿਹਾ ਕਿ ਇਹ ਅਪਰਾਧਕ ਜਿਹੜੀ ਕਰੂਰਤਾ ਹੈ ਉਹਨੂੰ ਹੱਲਾਸ਼ੇਰੀ ਦੇ ਸਕਦੀਆਂ, ਔਰ ਇੱਕ ਵਿਆਪਕ ਸਮਾਜਿਕ ਭਾਈਚਾਰਾ ਜਿਹੜਾ ਢਾਂਚਾ ਹੈ ਉਹਨੂੰ ਇਹ ਵਿਆਪਕ ਤੌਰ ਤੇ ਕਮਜ਼ੋਰ ਕਰ ਸਕਦੇ ਨੇ, ਔਰ ਇਹ ਇਸ ਕਰਕੇ ਇਹ ਅਪਹੈਲਡ ਕੀਤਾ ਜਾਂਦਾ ਹੈ ਸ਼ਿਕਾਇਤਕਰਤਾ ਦੇ ਉਸ ਦਾਅਵੇ ਨੂੰ ਜਿਹਦੇ ਵਿੱਚ ਉਹਨੇ ਇਹ ਸਾਰੀਆਂ ਗੱਲਾਂ ਕਹੀਆਂ ਸੀ। ਠੀਕ ਹੈ ਜੀ, ਹਾਂਜੀ। ਫਿਰ ਅਥਾਰਟੀ ਨੇ ਇਹ ਵੀ ਪਾਇਆ ਕਿ ਇਹ ਈਵਨ ਬਲਕਿ ਸਿਰਫ ਬਾਹਰ ਦੇ ਹੀ ਨਹੀਂ ਬਲਕਿ ਨਿਊਜ਼ੀਲੈਂਡ ਦੇ ਸਮਾਜਿਕ ਢਾਂਚੇ ਵਾਸਤੇ ਵੀ ਜਿਹੜਾ ਟਾਕ ਸ਼ੋਅ ਦੀਆਂ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਨੇ ਉਹਨਾਂ ਦੇ ਵੀ ਇੱਕ ਪੈਰਾਮੀਟਰਸ ਤੋਂ ਜਿਹੜੇ ਡਿਜ਼ਾਇਰਡ ਪੈਰਾਮੀਟਰਸ ਨੇ ਉਹਨਾਂ ਦੇ ਪ੍ਰਵਿਊ ਤੋਂ ਬਾਹਰ ਨੇ, ਉਹਨਾਂ ਦੀ ਉਲੰਘਣਾ ਕਰ ਰਹੀਆਂ। ਠੀਕ ਹੈ ਨਾ, ਇਸ ਵਾਸਤੇ ਇਹ ਜਿਹੜਾ ਮਾਫੀਨਾਮਾ ਇਸ ਵਾਰੀ ਆਇਆ, ਬਾਕੀ ਸ਼ਿਕਾਇਤ ਇਸ ਵਾਰੀ ਫੈਸਲਾ ਜਿਹੜਾ ਕੋਰਟ ਦਾ ਆਇਆ ਨਾ, ਉਸਨੇ ਫੈਸਲੇ ਨੇ ਸਿੱਧ ਕੀਤਾ ਕਿ ਆਪਣੀ ਉਸ ਸਟੇਟਮੈਂਟ ਦੇ ਪਰਿਪੇਖ ਵਿੱਚ ਇਹ ਸਮਾਜਿਕ ਅਪਰਾਧੀ ਸਿੱਧ ਹੋਏ। ਸਮਾਜਿਕ ਅਪਰਾਧੀ ਹਾਂ, ਇਹ ਕਿਉਂਕਿ ਇਸ ਵਾਰੀ ਇਹਨਾਂ ਦਾ ਅਪਰਾਧ ਜਿਹੜਾ ਨਾ ਉਹ ਸਮਾਜ ਦੇ ਪ੍ਰਤੀ ਸੀ, ਕਿਸੇ ਵਰਪਾਲ ਜਾਂ ਕਿਸੇ ਲੇਡੀ ਦੇ ਪ੍ਰਤੀ ਨਹੀਂ ਸੀ, ਕਿਸੇ ਇੰਡੀਵਿਜੂਅਲ ਦੇ ਖਿਲਾਫ ਇੰਡੀਵਿਜੂਅਲ ਦੇ ਪ੍ਰਤੀ ਨਹੀਂ ਸੀ। ਇਸ ਵਾਰੀ ਇਹਨਾਂ ਦਾ ਅਪਰਾਧ ਪੂਰੇ ਸਮਾਜ ਦੇ ਪ੍ਰਤੀ ਸੀ, ਔਰ ਪੂਰੇ ਸਮਾਜ ਦੇ ਵਿੱਚ ਜਿਹੜੀਆਂ ਉਹਨਾਂ ਨੇ ਚੀਜ਼ਾਂ ਗਿਣਾਈਆਂ ਅਥਾਰਟੀ ਨੇ, ਉਹਦੇ ਵਿੱਚ ਅਥਾਰਟੀ ਨੇ ਛੱਡਿਆ ਹੀ ਕੱਖ ਨਹੀਂ। ਉਹਨੇ ਸੰਗੀਨ ਤੋਂ ਸੰਗੀਨ ਜਿਹੜੀ ਇੱਕ ਐਕਟੀਵਿਟੀ ਬੰਦਾ ਇੱਕ ਬੰਦੇ ਦੀ ਥਾਟ ਵਿੱਚ ਸੰਗੀਨ ਤੋਂ ਸੰਗੀਨ ਅਪਰਾਧਿਕ ਐਕਟੀਵਿਟੀ ਦੀ ਜਿਹੜੀ ਪਲੈਨਿੰਗ ਹੋ ਸਕਦੀ ਹੈ, ਉਸ ਨੂੰ ਸਮਝ ਕੇ ਅਥਾਰਟੀ ਨੇ ਸ਼ਬਦਾਂ ਦੀ ਚੋਣ ਐਸੀ ਕੀਤੀ ਹੈ ਕਿ ਉਹਨਾਂ ਨੇ ਕਿਸੇ ਗੱਲ ਨੂੰ ਛੱਡਿਆ ਨਹੀਂ ਹੈ, ਇਹ ਸਿੱਧ ਕਰਨ ਵਾਸਤੇ ਕਿ ਬਈ ਇਹਨਾਂ ਦਾ ਉਹ ਸਟੇਟਮੈਂਟ ਪੂਰੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਉਹਨੂੰ ਖਰਾਬ ਕਰਨ ਵਾਸਤੇ, ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਵਾਸਤੇ, ਕਰੂਰਤਾ ਫੈਲਾਉਣ ਵਾਸਤੇ, ਬਦਅਮਨੀ ਫੈਲਾਉਣ ਵਾਸਤੇ, ਕਾਨੂੰਨ ਵਿਵਸਥਾ ਦੇ ਖਿਲਾਫ ਹੱਲਾਸ਼ੇਰੀ ਦੇਣ ਵਾਸਤੇ, ਸਮਾਜਿਕ ਭਾਈਚਾਰੇ ਨੂੰ ਦੇ ਢਾਂਚੇ ਨੂੰ ਜ਼ਰਬ ਪਹੁੰਚਾਉਣ ਵਾਸਤੇ ਇਹਨਾਂ ਦੀ ਉਹ ਸਟੇਟਮੈਂਟ ਸੀ। ਜੇ ਤੁਸੀਂ ਕਹੋ ਤਾਂ ਮੈਂ ਇੱਕ ਵਾਰੀ ਫਿਰ ਚਲਾ ਦਿਆਂ ਜੀ ਸਟੇਟਮੈਂਟ ਨੂੰ, ਪੰਜਾਬੀ ਵਾਲਾ ਪਾਰਟ 1 ਮਿੰਟ ਦਾ ਤੁਸੀਂ ਚਲਾ ਦਿਓ, ਮੋਸਟ ਵੈਲਕਮ। ਮੈਂ ਵੀ ਰਿਵਾਈਜ਼ ਕਰ ਲਾਂਗਾ ਆਪਣੀ, ਕਿਉਂਕਿ ਮੈਂ ਤੁਹਾਨੂੰ ਭੇਜ ਨਹੀਂ ਸਕਿਆ, ਮੇਰੇ ਦਿਮਾਗ 'ਚ ਤਾਂ ਸੀਗਾ ਵੀ ਭੇਜਣਾ ਹੈ ਤੁਹਾਨੂੰ, ਤੇ ਪਰ ਮੇਰੇ ਦਿਮਾਗ 'ਚੋਂ ਮੈਂ ਥੋੜਾ ਜਿਹਾ ਬਿਜ਼ੀ ਸੀਗਾ ਨਾ, ਮੈਂ ਘਰ ਦੀ ਥੋੜੀ ਜਿਹੀ ਰਿਪੇਅਰ ਆਪੇ ਕਰ ਰਿਹਾ ਸੀਗਾ ਛੱਤ ਦੀ, ਤੇ ਇਸ ਕਰਕੇ ਮੈਂ ਥੋੜਾ ਜਿਹਾ ਬਿਜ਼ੀ ਰਿਹਾ ਜੀ। ਤੁਸੀਂ ਚਲਾ ਦਿਓ। ਹਰਨੇਕ ਸਿੰਘ ਮਾਫੀਨਾਮਾ, ਓਕੇ ਜੀ, ਮੈਂ ਪੰਜਾਬੀ ਵਾਲਾ ਪਾਰਟ ਚਲਾਉਂਗਾ ਜੀ। ਕੋਸ਼ਿਸ਼ ਨਾ ਕਰਿਓ ਕਿਸੇ ਵੀ ਪਾਰਟ ਤੇ, ਠੀਕ ਹੈ ਜੀ। ਟਾਈਮ ਆਪਣਾ ਹੋ ਗਿਆ ਜੀ, 5 ਵੱਜ ਗਏ ਆ, ਤੇ ਆਪਾਂ ਵਾਅਦਾ ਸੀ ਜਿਹੜਾ ਸਰੋਤਿਆਂ ਦੇ ਨਾਲ 5 ਵਜੇ ਦਾ ਟਾਈਮ ਦਿੱਤਾ ਸੀ ਅਸੀਂ। ਨਹੀਂ ਟਾਈਮ ਇਹ ਗਲਤ ਕਹਿ ਰਿਹਾ ਨਾ, ਆਪਾਂ ਪਹਿਲਾਂ ਵੀ ਕਿਸੇ ਸੀ ਗੱਲ ਵੀ ਟਾਈਮ ਇਹਨੇ ਨਹੀਂ ਦਿੱਤਾ। ਟਾਈਮ ਨਹੀਂ ਸੀ, ਟਾਈਮ ਵਾਸ ਫਿਕਸਡ ਬਾਈ ਅਥਾਰਟੀ। ਮੈਂ ਉਹ ਲੈ ਵੀ ਆਉਣਾ ਜੀ, ਹੁਕਮ ਕੀਤਾ ਉਹਨਾਂ ਨੇ, ਆਰਡਰ ਲਿਖਿਆ ਹੋਇਆ ਲੇਕਿਨ ਉਹਦੇ ਤੇ ਜੀ ਹੁਕਮ ਕੀਤਾ, ਆਰਡਰ ਕੀਤਾ ਸੀ। ਹਾਂ, ਜਿਹੜੀ ਆਈ ਹੈ ਨਾ ਰਿਟਨ, ਜਿਹੜੀ ਇਹਨਾਂ ਦੀ ਇੱਕ ਕਮਿਊਨੀਕੇਸ਼ਨ ਹੋਈ ਹੈ ਜਾਂ ਉਹਦੀ ਪੂਰੀ ਡਿਟੇਲ ਰਿਪੋਰਟ ਆਈ ਹੈ, ਹਾਂਜੀ, ਉਹਦੇ ਵਿੱਚ ਮੈਂ ਇਹਨਾਂ ਨੂੰ ਦਿਖਾ ਵੀ ਦੇਵਾਂ, ਮੈਂ ਕਿਤੇ ਸੇਵ ਕੀਤੀ ਪਈ ਹੈ ਜੀ, 1 ਮਿੰਟ ਮੈਨੂੰ ਲੱਗਣਾ ਆ। ਉਹ BSA ਦਾ
ਜਿਹੜੀਆਂ ਫਾਈਂਡਿੰਗਸ ਹੈਗੀਆਂ ਨੇ ਉਹਦੇ ਚ ਆਰਡਰ ਕੀਤਾ ਗਿਆ ਵੀ ਤੈਂ ਇਹ ਸਾਰੀ ਸਟੇਟਮੈਂਟ ਪੜ੍ਹ ਕੇ ਚਲਾਉਣੀ ਆ ਆਪਾਂ, ਕਿਉਂਕਿ ਹਾਂ ਤੁਸੀਂ ਸਟੇਟਮੈਂਟ ਚਲਾਓ, ਉਹ ਮੈਨੂੰ ਪਤਾ ਹੈ। ਇੱਕ ਮਿੰਟ ਦਿਓ ਜੀ। ਨਹੀਂ, ਤੁਸੀਂ ਸਟੇਟਮੈਂਟ ਚਲਾਓ। ਆਪਣੇ ਨਾਲ ਸਰੋਤੇ ਵੀ ਜੁੜੇ ਆ ਨਾ, ਉਹਨਾਂ ਨੂੰ ਵੀ। ਅੱਛਾ ਹਾਂਜੀ ਹਾਂ ਯਾਰ, ਕਿਉਂਕਿ ਕੁਝ ਇੱਕ ਨਵੇਂ ਵੀ ਸਰੋਤੇ ਹੋਣਗੇ। ਸੌਰੀ ਹਾਂਜੀ ਹਾਂ, ਇਹ ਚਲਾਉਣਾ ਜ਼ਰੂਰੀ ਹੈ ਜੀ, ਬਹੁਤ ਜ਼ਿਆਦਾ ਨਾ, ਵਿਦ ਪ੍ਰੂਫ। ਹਾਂਜੀ, ਵਿਦ ਪ੍ਰੂਫ ਤੋਂ ਬਿਨਾਂ ਆਪਾਂ ਨਹੀਂ, ਮੈਂ ਅੱਗੇ ਮੇਰੀ ਯਾਨੀ ਵੈਸੇ ਹੀ ਕਹਿ ਲਓ ਜੀ ਨਾ, ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਕੋਈ ਨਾ ਕੋਈ ਗੱਲ ਕਹਿਣੀ ਚਾਹੀਦੀ ਹੈ। ਅਗਰ ਗਲਤੀ ਨਾ ਕਹੀ ਗਈ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ। ਹਾਂ, ਅਗਰ ਤੁਸੀਂ ਬਿਨਾਂ ਕਿਸੇ ਪੂਰੀ ਜਾਣਕਾਰੀ ਤੋਂ ਕੋਈ ਜਾਣਕਾਰੀ ਯਾਨੀ ਪੁਖਤਾ ਜਾਣਕਾਰੀ ਤੁਸੀਂ ਕਨਫਰਮ ਨਹੀਂ ਕੀਤੀ ਤੇ ਦੇਤੀ ਗਲਤੀ ਨਾਲ ਉਹ ਜਾਣਕਾਰੀ, ਤਾਂ ਮਾਫੀ ਮੰਗ ਲਿਓ ਵੀ ਮੇਰੇ ਤੋਂ ਗਲਤੀ ਹੋ ਗਈ। ਔਰ ਮੈਂ ਇਹਨਾਂ ਨੂੰ ਵੀ ਕਹਿੰਦਾ, ਅਗਰ ਮੈਂ ਕੋਈ ਗਲਤ ਗੱਲ ਕਹਿਣਾ ਆ, ਤੁਹਾਨੂੰ ਲੱਗਦਾ ਔਰ ਮੈਨੂੰ ਸਾਬਤ ਕਰ ਦਿਓ ਗਲਤ ਗੱਲ ਕਹੀ ਹੈ ਤੂੰ ਰਾਣੇ ਆ ਫਲਾਣੀ ਵਾਲੀ ਗੱਲ, ਤੇ ਮੈਂ ਖੁਦ ਮਾਫੀ ਮੰਗੂਗਾ ਉਹਦੇ ਵਾਸਤੇ। ਪਰ ਇਹ ਉਸ ਸਿਚੁਏਸ਼ਨ ਵਿੱਚ ਆ ਨਹੀਂ ਸਕਿਆ ਨਾ, ਕਿਉਂਕਿ ਇਹਨਾਂ ਨੇ 10 ਮਹੀਨੇ ਕੰਟੈਸਟ ਕੀਤਾ ਉਹਨੂੰ। ਹਾਂ, ਇਹ 10 ਮੈਂ ਇਹਨਾਂ ਨੂੰ ਲਿਸਨਰਸ ਨੂੰ ਕਹਿ ਰਿਹਾ ਜੀ, ਇਹਨਾਂ ਦੇ ਨੂੰ ਆਹ ਦੇਖੋ ਜੀ, ਇਹ ਮੈਂ ਸਕਰੀਨਸ਼ਾਟ ਲਿਆ ਹੋਇਆ ਜੀ, ਵੀ ਇਹ ਆਰਡਰ ਸੀਗਾ ਆਪਣੇ ਇਹਦਾ ਨਿਊਜ਼ੀਲੈਂਡ ਦੀ ਜਿਹੜੀ ਇਹ ਹੈਗੀ ਅਥਾਰਟੀ, ਬ੍ਰੌਡਕਾਸਟਿੰਗ ਸਟੈਂਡਰਡਸ ਅਥਾਰਟੀ ਅੰਡਰ ਆਰਡਰ ਮੈਂ ਸਰਕਲ ਕੀਤਾ ਹੋਇਆ ਜੀ, ਇਸ ਵੇਲੇ ਸਕਰੀਨ ਦੇ ਉੱਤੇ ਡਿਸਪਲੇ ਵੀ ਹੋ ਰਿਹਾ ਇਹ। ਬਈ ਨਾਲ ਮੈਂ ਪੰਜਾਬੀ 'ਚ ਆਪਣਾ ਐਡ ਆਨ ਕਰਕੇ ਲਿਖਿਆ ਹੈ, ਕਿਉਂਕਿ ਇੰਗਲਿਸ਼ ਕਈ ਸੱਜਣ ਨਹੀਂ ਪੜ੍ਹ ਸਕਦੇ। ਮਤਲਬ ਨੇਕੀ ਨੇ 27 ਜੂਨ ਨੂੰ ਆਪਣੇ ਰੇਡੀਓ ਤੇ ਜੋ ਵੀ ਸੁਣਾਇਆ ਉਹ BSC ਦੇ ਹੁਕਮ ਕਰਕੇ ਚਲਾਇਆ। ਹੁਕਮ ਕੀ ਸੀਗਾ ਵੀ ਜਿਹੜਾ ਨੇਕੀ ਆ ਆਹ ਸਟੇਟਮੈਂਟ ਪੜੂਗਾ, ਬੀ ਬ੍ਰੌਡਕਾਸਟ, ਹਾਂਜੀ, ਔਨ ਏ ਡੇ, ਉਸੇ ਟਾਈਮ ਪੜਨਗੇ। ਹਾਂ, ਉਸੇ ਟਾਈਮ ਪੜਨਗੇ ਜਿਸ ਦਿਨ ਉਹ ਪ੍ਰੋਗਰਾਮ, ਜਿਸ ਟਾਈਮ ਤੇ ਉਹ ਪ੍ਰੋਗਰਾਮ ਜਿਹੜਾ ਉਹ ਸਟੇਟਮੈਂਟ ਦਿੱਤੀ ਗਈ ਸੀ, ਉਸੇ ਟਾਈਮ ਉਹਦੀ ਟਾਈਮਿੰਗ ਉਹੀ ਹੋਣੀ ਚਾਹੀਦੀ ਹੈ, ਉਹਦਾ ਦਿਨ ਤੇ ਉਹਦਾ ਸਮਾਂ ਉਹੀ ਹੋਣਾ ਚਾਹੀਦਾ। ਜਿਹੜਾ ਨੇਕੀ ਨੇ 27 ਨੂੰ ਪੜਿਆ ਨਾ, 27 ਜੂਨ ਨੂੰ, ਇਹਦਾ ਦਿਨ ਤੇ ਸਮਾਂ ਤੈਅ ਨੇਕੀ ਨੇ ਨਹੀਂ ਕਿਸੇ ਨਾਲ ਵਾਅਦਾ ਕੀਤਾ। ਨੇਕੀ ਨੂੰ ਹੁਕਮ ਸੀਗਾ ਤੂੰ 27 ਜੂਨ ਨੂੰ 5 ਵਜੇ ਇਹ ਪੜ੍ਹ ਕੇ ਚਲਾਉਣੀ ਆ ਸਟੇਟਮੈਂਟ। ਬਿਲਕੁਲ। ਤੇ ਇਹ ਜਿਹੜੀ ਸਟੇਟਮੈਂਟ ਹੈਗੀ ਆ, ਇਹਨੇ ਅਪਰੂਵ ਕਰਾਈ ਆ, ਇਹਨੇ ਆਪਣੇ ਕੋਲੋਂ ਨਹੀਂ ਲਿਖੀ, ਜੋ ਵੀ ਇਹਨੇ ਲਿਖਿਆ ਆਪਣੇ ਕੋਲੋਂ ਲਿਖਿਆ। ਅਗਰ ਉਹ ਮੰਨਿਆ ਅਥਾਰਟੀ ਨੇ ਤੇ ਫਿਰ ਪੜ੍ਹੀ ਇਹਨੇ ਜੀ। ਉਸ ਸਟੇਟਮੈਂਟ ਦੇ ਪਿੱਛੇ ਅਥਾਰਟੀ ਦੀ ਫੋਰਸ ਕੰਮ ਕਰ ਰਹੀ ਹੈ। ਹਾਂਜੀ, ਅਥਾਰਟੀ ਨੇ ਬਾਈ ਹੁਕਮ ਜਾਂ ਬਾਈ ਫੋਰਸ ਉਹ ਸਟੇਟਮੈਂਟ ਬੁਲਵਾਈ ਹੈ ਇਹਨਾਂ ਕੋਲੋਂ। ਬਿਲਕੁਲ। ਹੁਣ ਆਪਾਂ ਇਹਦੀ ਸਟੇਟਮੈਂਟ ਚਲਾ ਦਈਏ ਜੀ। ਜਿਹੜਾ ਕਹਿ ਰਿਹਾ ਨਾ ਸਾਡਾ ਵਾਅਦਾ ਸੀਗਾ, ਮੀਨਸ ਇਹ ਸ਼ਰੇਆਮ ਝੂਠ ਬੋਲ ਰਿਹਾ ਜਿਹੜਾ ਵਾਅਦਾ ਕਰ ਰਿਹਾ ਕਿਸੇ ਵੀ ਪੁਆਇੰਟ ਦੇ ਉੱਤੇ। ਠੀਕ ਹੈ ਜੀ, ਟਾਈਮ ਆਪਣਾ ਹੋ ਗਿਆ ਜੀ, 5 ਵੱਜ ਗਏ ਆ, ਤੇ ਆਪਾਂ ਵਾਅਦਾ ਸੀ ਜਿਹੜਾ ਸਰੋਤਿਆਂ ਦੇ ਨਾਲ 5 ਵਜੇ ਦਾ ਟਾਈਮ ਦਿੱਤਾ ਸੀ ਅਸੀਂ, ਉਹ ਆਪਾਂ ਸੁਣਾ ਦਿੰਦੇ ਆ। ਸਟੇਟਮੈਂਟ ਆ ਜਿਹੜੀ, ਤੇ ਮੈਂ ਪਹਿਲਾਂ ਵੀ ਕਿਹਾ ਸੀ ਵੀ ਜਿਨ੍ਹਾਂ ਨੇ ਰਿਕਾਰਡ ਕਰਨੀ ਆ ਉਹਨਾਂ ਨੂੰ ਵੈਸੇ ਤਾਂ ਪਈ ਹੋਣੀ ਆ, ਉਹਦੇ ਫੇਸਬੁੱਕ ਤੇ ਵੀ ਲਾਈਵ ਚੱਲ ਰਿਹਾ ਇਸ ਵੇਲੇ। ਠੀਕ ਆ, ਸ਼ਿਕਾਇਤ ਹੋਈ ਸੀ, ਅਸੀਂ ਜਿਹੜੀ ਇੱਥੋਂ ਗੱਲ ਕਹੀ ਸੀ ਉਹਦਾ ਕਲਿੱਪ ਸੀਗਾ, ਉਹਦੀ ਸ਼ਿਕਾਇਤ ਹੋ ਗਈ, ਕਈ ਪਾਸਿਆਂ ਤੋਂ ਹੋਈ ਸੀ। ਠੀਕ ਹੈ ਜੀ, ਤੇ ਜਦੋਂ ਉਹਦਾ ਡਿਸੀਜਨ ਆਇਆ, ਉਹ ਡਿਸੀਜਨ ਦੇ ਉੱਤੇ BSC ਨੇ ਸਾਨੂੰ ਕਿਹਾ ਸੀ ਇੱਕ ਸਟੇਟਮੈਂਟ ਇਹ ਵੀ ਕਈ ਪਾਸਿਆਂ ਤੋਂ ਨਹੀਂ ਹੋਈ। ਮੇਰੇ ਖਿਆਲ ਇੱਕ ਬੰਦੇ ਗੁਰਦੀਪ ਸਿੰਘ ਨਾਂ ਦੇ ਬੰਦੇ ਨੇ ਕੀਤੀ ਕੰਪਲੇਨ, ਉਸ ਤੇ ਫੈਸਲਾ ਆਇਆ। ਕਈ ਪਾਸਿਆਂ ਦਾ ਜ਼ਿਕਰ ਨਹੀਂ ਹੈ ਉਸ ਫੈਸਲੇ ਦੇ ਵਿੱਚ। ਹਾਂਜੀ, ਇਹ ਵੀ ਹੋ ਸਕਦਾ ਕੋਲੋਂ ਵੀ ਬਣਾ ਰਿਹਾ ਹੋਵੇ, ਹੋ ਸਕਦਾ ਮਲਟੀਪਲ ਕੰਪਲੇਂਟਸ ਹੋਣ। ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਸਿਮੀਲਰ ਕੰਪਲੇਂਟ ਆ ਤੇ ਇੱਕੋ ਨੂੰ ਤੁਸੀਂ ਪਰਸਿਊ ਕਰ ਲਓ, ਇਹ ਵੀ ਹੋ ਸਕਦਾ ਜੀ। ਬਟ ਉਹ ਅਗਰ ਨੱਥੀ ਕੀਤੀਆਂ ਹੁੰਦੀਆਂ ਤੇ ਉਹ ਕਹਿ ਸਕਦੇ ਨੇ ਕਿ ਡਿਫਰੈਂਟ ਕੰਪਲੇਂਟਸ ਆਰ ਕਲੱਬ ਟੂਗੇਦਰ ਵਿਦ ਦਿਸ ਕੰਪਲੇਂਟ, ਪਰ ਐਸਾ ਕੋਈ ਲੱਗਦਾ ਨਹੀਂ ਮੈਨੂੰ। ਹਾਂ, ਚਲੋ ਕੋਈ ਨਹੀਂ ਆਇਆ, ਹੋ ਸਕਦਾ ਕੋਲੋਂ ਹੀ ਬਣਾ ਕੇ ਫੈਂਟਰ ਮਾਰਤਾ ਹੋਵੇ ਜੀ ਇਹਨੇ। ਫੈਂਟਰ ਕਹਿ ਦਿੰਦੇ ਆ ਜੀ ਪੰਜਾਬ 'ਚ, ਜਿਹੜੀ ਹੁੰਦੀ ਹੈ ਨਾ, ਕੋਲੋਂ ਹੀ ਗੱਲ ਲਾ ਦੇਣੀ ਵੀ ਫੈਂਟਰ ਮਾਰਤਾ। ਵੀ ਬੜੀਆਂ ਕੰਪਲੇਂਟਸ ਆਈਆਂ ਸੀਗੀਆਂ ਤੇ ਇੱਕੋ ਹੀ ਕੰਪਲੇਂਟ ਹੈ ਜਿਹੜੀ ਸੁਣੀ ਗਈ ਹੈ ਤੇ ਬਾਕੀ ਰੱਦ ਹੋ ਗਈਆਂ। ਇਹ ਜਾਨੀ ਇਹ ਵੀ ਹੋ ਸਕਦਾ ਹੈ ਵੀ ਇਹ ਬਣਾ ਕੇ ਪੇਸ਼ ਕੀਤਾ ਹੋਵੇ ਨੇ ਇੱਥੇ। ਹਾਂਜੀ, ਉਹ ਸਟੇਟਮੈਂਟ ਪੰਜਾਬੀ ਦੇ ਵਿੱਚ ਵੀ ਤੇ ਅੰਗਰੇਜ਼ੀ ਹਰ ਅਗਰ ਬੜੀਆਂ ਕੰਪਲੇਂਟਸ ਆਈਆਂ ਤੇ ਹਰ ਕੰਪਲੇਂਟ ਦਾ ਡਿਸਪੋਜ਼ਲ ਹੁੰਦਾ ਨਾ, ਉਹਦਾ ਡਿਸਪੋਜ਼ਲ ਵਿੱਚ ਉਹਨਾਂ ਨੂੰ ਆਰਡਰ 'ਚ ਲਿਖਣਾ ਪੈਂਦਾ। ਹਾਂਜੀ, ਬਿਲਕੁਲ। ਅਸੀਂ ਤੁਹਾਨੂੰ ਇਹਨੇ ਨੇਕੀ ਨੇ ਇਹਨੇ ਐਂ ਥੋੜਾ ਸੋਚ ਕੇ ਬੈਠਿਆ ਸੀ ਵੀ ਕੱਲੀ ਕੱਲੀ ਲਾਈਨ ਅਸੀਂ ਬੈਠ ਕੇ ਆਏ ਐਨਾਲਿਸਿਸ ਕਰ ਦੇਣਾ ਜੀ ਉਹਦਾ। ਇੱਥੇ ਪ੍ਰਸਾਰਿਤ ਕਰਦੇ ਵੀ ਆ, ਉਹ ਤੁਸੀਂ ਉਹਨੂੰ ਸੁਣ ਲਿਓ ਤੇ ਉਹ ਤੋਂ ਬਾਅਦ ਅਗਲੀ ਗੱਲਬਾਤ ਜਿਹੜੀ ਆ ਉਹ ਆਪਾਂ ਕਰਦੇ ਹਾਂ।
ਠੀਕ ਹੈ ਜੀ, ਧੰਨਵਾਦ ਜੀ। 27 ਜੁਲਾਈ ਨੂੰ ਇਸ ਪ੍ਰੋਗਰਾਮ ਵਿੱਚ ਰੇਡੀਓ ਵਿਰਸਾ ਨੇ ਕੁਝ ਟਿੱਪਣੀਆਂ ਕੀਤੀਆਂ ਸਨ, ਜਿਸ ਵਿੱਚ ਪਾਇਆ ਗਿਆ ਕਿ ਬ੍ਰੌਡਕਾਸਟਿੰਗ ਦੇ ਨਿਯਮਾਂ ਜਿਨ੍ਹਾਂ ਦਾ ਸਬੰਧ ਵਧੀਆ ਸਲੀਕਾ ਤੇ ਉੱਤਮਤਾ, ਕਾਨੂੰਨ ਤੇ ਵਿਵਸਥਾ ਅਤੇ ਹਿੰਸਾ ਨਾਲ ਸੀ, ਦੀ ਉਲੰਘਣਾ ਹੋਈ ਸੀ। ਹਾਂਜੀ, ਮੈਂ ਇੱਥੇ ਰੋਕਾਂ ਜੀ। ਆ ਰੋਕੋ ਜੀ। ਇਹ ਪਾਇਆ ਗਿਆ ਵੀ ਜਿਹੜਾ ਇਹਨਾਂ ਨੇ ਪ੍ਰੋਗਰਾਮ ਕੀਤਾ ਉਹਦੇ ਵਿੱਚ ਸੀਗਾ- ਜਿਹੜੀ ਹਾਂਜੀ ਹਾਂ ਉਹਦੇ ਵਿੱਚ ਬ੍ਰੌਡਕਾਸਟਿੰਗ ਅਥਾਰਟੀ ਨੇ ਪਾਇਆ ਕਿ ਜਿਹੜਾ ਵਧੀਆ ਸਲੀਕਾ ਔਰ ਜਿਹੜੀ ਕੁਆਲਿਟੀ ਦੇ ਕਾਨੂੰਨ ਵਿਵਸਥਾ ਨਾਲ ਸੰਬੰਧਿਤ ਜਿਹੜੇ ਮਸਲੇ ਨੇ, ਜਿਹੜਾ ਸਟੈਂਡਰਡ ਆ, ਉਹਦੀ ਉਲੰਘਣਾ ਕੀਤੀ ਇਹਨਾਂ ਨੇ ਉਸ ਸਟੇਟਮੈਂਟ ਦੇ ਵਿੱਚ, ਉਸ ਪ੍ਰੋਗਰਾਮ ਦੇ ਵਿੱਚ। ਹਾਂਜੀ ਇਹ ਪਾਇਆ ਬ੍ਰੌਡਕਾਸਟਿੰਗ ਅਥਾਰਟੀ ਨੇ। ਹਾਂ, ਇਹ ਵਧੀਆ ਸਮਾਜ ਬਣਾਉਣ ਦੀ ਗੱਲ ਕਰਦੇ ਨੇ, ਅਸੀਂ ਚੰਗਾ ਸਮਾਜ ਬਣਾਉਣਾ ਹੈ, ਵਧੀਆ ਸਲੀਕਿਆ ਸਮਾਜ ਬਣਾਉਣਾ, ਤੇ ਉਹਨਾਂ ਨੇ ਇਹ ਪਾਇਆ ਕਿ ਇਹ ਵਧੀਆ ਸਲੀਕੇ ਨੂੰ ਤੋੜਨ ਵਾਸਤੇ ਜਿਹੜਾ ਸਟੇਟਮੈਂਟ ਆ ਦੇ ਰਹੇ ਸਮਾਜ ਦੇ ਵਧੀਆ ਸਲੀਕੇ। ਠੀਕ ਹੈ ਨਾ? ਹਾਂਜੀ ਅੱਗੇ ਚਲਾਓ ਤੁਸੀਂ। ਪੰਜਾਬ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਜਵਾਬ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਹਿੰਸਕ ਸਨ। ਪੰਜਾਬ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਸੰਦਰਭ ਦੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਹਿੰਸਕ ਸਨ। ਹਿੰਸਕ ਸਨ, ਯੈਸ, ਕੁਆਇਟ। ਹਾਂਜੀ, ਯਾਨੀ right. ਵਰਬਲ ਵਾਇਓਲੈਂਸ। ਹਾਂ, ਇਨਸਾਈਟਮੈਂਟ ਹੈ ਨਾ, ਵਾਇਲੈਂਸ ਇਨਸਾਈਟ ਕਰਨ ਵਾਸਤੇ ਉਕਸਾਹਟ ਭਰੀਆਂ ਟਿੱਪਣੀਆਂ ਸੀ, ਉਹ ਉਕਸਾਹਟ। ਵਾਇਲੈਂਟ ਟਿੱਪਣੀਆਂ ਗਿਣੀਆਂ ਜਾਂਦੀਆਂ। ਹਾਂਜੀ ਹਾਂ yeah. ਬ੍ਰੌਡਕਾਸਟਿੰਗ ਸਟੈਂਡਰਡਸ ਅਥਾਰਟੀ ਨੇ ਪਾਇਆ ਕਿ ਕੀਤੀਆਂ ਗਈਆਂ ਟਿੱਪਣੀਆਂ ਭਾਵੇਂ ਸੰਕੇਤਕ ਨਹੀਂ ਸਨ, ਪਰ ਸੰਕੇਤਕ ਨਹੀਂ ਸਨ ਮੀਨਸ ਮੈਂ ਇਹ ਗੱਲ ਨਹੀਂ ਸਮਝਿਆ ਜੀ ਇੱਥੇ। ਇਹ ਤੁਸੀਂ ਇੰਗਲਿਸ਼ ਨਾਲ ਜਿਹੜਾ ਤੁਸੀਂ ਉਸ ਦਿਨ ਬੋਲਿਆ ਸੀ ਨਾ, ਹਾਂਜੀ। ਉਹਦੇ ਨਾਲ ਕਲੱਬ ਕਰਕੇ ਅਗਰ ਤੁਸੀਂ ਦੇਖੋ ਨਾ, ਗੱਲ ਕਲੀਅਰ ਹੋਏਗੀ। ਸੰਕੇਤਕ ਮੀਨ ਕਿ ਗ੍ਰਾਫਿਕਸ ਨਹੀਂ ਸੀ। ਗ੍ਰਾਫਿਕਸ ਹੁੰਦੀ ਹੈ ਨਾ ਕਿ ਅਸੀਂ ਇੱਕ ਕਿਸੇ ਨੂੰ ਇੰਡੀਕੇਟ ਕਰਨਾ ਸੀ ਕਿ ਗ੍ਰਾਫ ਜਿਹਾ ਬਣਾ ਦਿੰਦੇ ਆ ਪੇਪਰ ਤੇ, ਹਾਂਜੀ। ਸਿਰਫ ਉਹ ਗ੍ਰਾਫ ਜਿਹਾ ਹੁੰਦਾ। ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਦੇ ਵਰ ਨਾਟ ਗ੍ਰਾਫਿਕਸ, ਮੇਅਰਲੀ ਗ੍ਰਾਫਿਕਸ, ਬਟ ਦੇ ਵਰ ਟਾਰਗੇਟਡ। ਓਕੇ, ਇਹ ਟਾਰਗੇਟਡ ਟਿੱਪਣੀਆਂ ਸਨ, ਪਾਰਟਿਕੂਲਰਲੀ ਟਾਰਗੇਟਡ ਟਿੱਪਣੀਆਂ ਸਨ। ਹਾਂ, ਇਹ ਇੱਕ ਗੰਭੀਰ ਟਿੱਪਣੀਆਂ ਸਨ। ਉਹਨਾਂ ਦਾ ਕਹਿਣਾ ਮਤਲਬ ਸੀ ਕਿ ਇਹ ਸੀਰੀਅਸ ਟਿੱਪਣੀਆਂ ਸਨ, ਇਹ ਗ੍ਰਾਫਿਕਸ ਨੇਚਰ ਦੀਆਂ ਨਹੀਂ ਸੀ। ਨਹੀਂ ਸੀ ਠੀਕ। ਮੈਂ ਯਾਨੀ और सेदक मीन हो गया कि टारगेटेड टिप्पणियां सन। ਸੰਕੇਤਕ, ਸ਼ਾਇਦ ਸੰਕੇਤਕ ਕਿਹਾ ਜੀ ਉਹਨੇ, ਸੰਕੇਤਕ। संकेतक नहीं सी ना, मीन संकेतक उन्होंने ग्राफिक्स की ट्रांसलेशन संकेतक की थी इथे। ਓਕੇ, ਗ੍ਰਾਫਿਕਸ ਮੈਂ ਸਮਝਦਾ ਹਾਂ, ਇੱਥੇ ਸੰਕੇਤਕ ਹੈ ਤਾਂ ਉਹ ਸਿੰਬੋਲਿਕ ਹੋਣਾ ਚਾਹੀਦਾ ਜੀ। मात्र सिंबॉलिक, उन्होंने कहा कि सिंबॉलिक टिप्पणियां नहीं सी ये, बल्कि ये टारगेटेड टिप्पणियां सी, गंभीर सन। ਹਾਂਜੀ ਕਿ ਕੀਤੀਆਂ ਗਈਆਂ ਟਿੱਪਣੀਆਂ ਭਾਵੇਂ ਸੰਕੇਤਕ ਨਹੀਂ ਸਨ, ਪਰ ਗੰਭੀਰ ਅਤੇ ਸੇਧਕ ਸਨ। ਇਹ ਭਾਵੇਂ ਸੰਕੇਤਕ ਨਹੀਂ ਸਨ, ਵੀ ਉਹ ਭਾਵੇਂ ਸਿੰਬੋਲਿਕ ਨਹੀਂ ਸਨ, ਪਰ ਸੰਕੇਤਕ ਨਹੀਂ ਸਨ, ਪਰ ਗੰਭੀਰ ਅਤੇ ਸੇਧਕ ਸਨ। गंभीर सन, गंभीर ਅਤੇ सेधक सन, गंभीर सीरियस एंड टारगेटेड सन। ਸੇਧਕ ਸਨ, ਠੀਕ ਹੈ ਜੀ। ਡਾਇਰੈਕਟਡ ਟੂਵਰਡ ਸਮਵਨ। यस यस, ਓਕੇ, डायरेक्शन रखनी है। हाँ भाई, इस तरह करो सारे, ਹਾਂ इस तरह करांगे ਅਸੀਂ। ਇਹ ਧੰਨਵਾਦ ਜੀ ਕਲੀਅਰ ਕਰਨ ਵਾਸਤੇ। ਮੈਂ 2-3 ਵਾਰੀ ਸੁਣਿਆ, ਮੈਨੂੰ ਇਹ ਸਮਝ ਨਹੀਂ ਲੱਗੀ ਵੀ ਇਹ ਜਿਹੜੀ ਟਰਾਂਸਲੇਸ਼ਨ ਪੰਜਾਬੀ ਵਾਲੀ ਆ, ਇੰਗਲਿਸ਼ ਥੋੜੀ ਜਿਹੀ ਮੈਨੂੰ ਗੜਬੜ ਲੱਗਦੀ ਹੈ, ਪਰ ਚਲੋ ਐਨੀਵੇ ਇੰਗਲਿਸ਼ ਨਾਲ ਹੈਗੀ ਹੈ, ਇਸ ਕਰਕੇ। ਹਾਂ, ਇੰਗਲਿਸ਼ ਨਾਲ ਹੈ ਨਾ, ਤੁਸੀਂ ਇਹਨੂੰ ਗ੍ਰਾਫਿਕਸ ਨੂੰ ਪੜੋਗੇ ਨਾ, ਸ਼ਬਦ ਨੂੰ ਕਲੀਅਰ ਹੋ ਜਾਏਗਾ ਸਾਰਾ ਕਿ ਉਹ ਅਥਾਰਟੀ ਨੇ ਕੀ ਹੈ। ਓਕੇ, ਚਲੋ ਅੱਗੇ ਚੱਲੀਏ ਜੀ ਆਪਾਂ। ਪਾਇਆ ਗਿਆ ਕਿ ਸਮਾਜਿਕ ਉਮੀਦਾਂ ਤੋਂ ਪਰੇ ਸਨ ਅਤੇ ਇਹ ਵਿਆਪਕ ਅਨੁਚਿਤ ਜੁਰਮ ਦੇ ਦੁੱਖ ਤਕਲੀਫਾਂ ਫੈਲਾ ਸਕਦੀਆਂ ਸਨ। ਇਹ ਹਿੰਸਾ ਤੇ ਕਰੂਰਤਾ ਨੂੰ ਹੱਲਾਸ਼ੇਰੀ ਦੇ ਸਕਦੀਆਂ ਸਨ ਅਤੇ ਸਰਗਰਮੀ ਨਾਲ ਕਾਨੂੰਨੀ ਆਦਰ ਅਤੇ ਵਿਆਪਕ ਢਾਂਚੇ ਭਾਈਚਾਰੇ ਦੇ ਮਿਆਰਾਂ ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦੀਆਂ ਸਨ। ਯਾਨੀ ਜਿਵੇਂ ਹਾਂ, ਤੁਸੀਂ ਕਿਹਾ ਨਾ, ਇੱਥੇ ਇਨਸਾਈਟ। ਰੁਕੋ। ਹਾਂਜੀ, ਰੋਕ ਲਿਆ ਜੀ ਮੈਂ। ਹਾਂ, ਇੱਥੇ ਰੱਖੋ। ਦੇਖੋ ਹੁਣ ਇੱਥੇ ਆ ਗਈਆਂ ਗੱਲਾਂ ਕਿਹੜੀਆਂ। ਕੋਈ ਗੱਲ ਮੈਂ ਕਹਿੰਦਾ ਉਹਨਾਂ ਨੇ ਛੱਡੀ ਨਹੀਂ, ਅਥਾਰਟੀ ਨੇ, ਹਾਂਜੀ ਜਿਹੜੀ ਇਹਨਾਂ ਦੇ ਮੂੰਹ ਚੋਂ ਕਢਵਾਈ ਨਹੀਂ ਹੈ। ਬਿਲਕੁਲ ਕੋਈ ਗੱਲ ਨਹੀਂ ਛੱਡੀ। ਹਾਂ, ਇੱਕ ਸਭ्य ਸਮਾਜ ਦੇ ਕਿਸੇ ਵੀ ਤਕਾਜ਼ੇ ਨੂੰ ਉਹਨਾਂ ਨੇ ਛੱਡਿਆ ਨਹੀਂ, ਅਥਾਰਟੀ ਨੇ। ਯਾ ਉਹ ਪੂਰੀ ਨਕੇਲ ਕੱਸ ਕੇ ਉਹਨਾਂ ਨੇ ਇਹਨਾਂ ਦੇ ਮੂੰਹ ਚੋਂ ਗੱਲ ਕਢਾਈ ਹੈ। ਕਢਾਈ ਵੀ ਕਿਤੇ ਗਿਆ, ਟਕਸਾਲੀਆਂ ਦੇ ਕਹਿਣ ਤੇ। ਟਕਸਾਲੀਆਂ ਦੇ ਕਹਿਣ ਤੇ। ਜੋ ਟਕਸਾਲ ਨੇ ਜਿਹੜਾ ਕੇਸ ਇੱਕ ਟਕਸਾਲੀਆਂ ਦਾ ਜਿਹੜਾ ਰਿਪਰੈਜ਼ੈਂਟੇਟਿਵ ਸੀ, ਕੋਈ ਬੰਦਾ ਸੀ, ਉਹਦੇ ਕਹਿਣ ਤੇ, ਜਿਹਦੀ ਇਹ ਤੜ ਭੰਨਣਾ ਚਾਹੁੰਦੇ ਸੀ, ਉਹਦੇ ਹੀ ਕਹਿਣ ਤੇ ਉਹਨੇ ਇੱਕ ਕਾਨੂੰਨੀ ਸਟੈਪ ਲਿਆ ਤੇ ਇਹਨਾਂ ਦੇ ਮੂੰਹ ਚੋਂ ਸਭ ਕੁਝ ਕਢਵਾਇਆ ਬਾਹਰ, ਨਕੇਲ ਪਵਾ ਕੇ, BSA ਸਟੈਂਡਰਡ ਅਥਾਰਟੀ ਦੇ ਵੱਲੋਂ। ਠੀਕ ਹੈ ਨਾ? ਹਾਂਜੀ। ਉਹਦੇ ਵਿੱਚ ਦੇਖੋ ਕੀ ਹੋਰ ਇੰਪੋਰਟੈਂਟ ਗੱਲਾਂ ਆ ਗਈਆਂ। ਉਹ ਕਹਿ ਰਹੇ ਨੇ ਕਿ ਪਹਿਲੀਆਂ ਤੇ ਇਹਨਾਂ ਦੀ ਜਿਹੜੀ ਸਟੇਟਮੈਂਟ ਹੈ, ਇਹ ਸਮਾਜਿਕ ਉਮੀਦਾਂ ਦੇ ਉੱਪਰ ਸਨ, ਕਿ ਸਮਾਜ ਦੀ ਜਿਹੜੀਆਂ ਇੱਕ ਉਮੀਦਾਂ ਹੁੰਦੀਆਂ ਨੇ ਕਿਸੇ ਬੰਦੇ ਕੋਲ, ਰੀਜ਼ਨੇਬਲ ਬੰਦੇ ਕੋਲ, ਜ਼ਿੰਮੇਵਾਰ ਬੰਦੇ ਕੋਲ, ਇਹ ਉਸ ਤੋਂ ਪਰੇ ਸਨ ਇਹਨਾਂ ਦੀ ਸਟੇਟਮੈਂਟ। ਯਾ ਫਿਰ ਉਹ ਕਹਿ ਰਹੇ ਨੇ ਕਿ ਇਹ ਸਟੇਟਮੈਂਟਾਂ ਲਾਰਜਰ ਲੈਵਲ ਤੇ, ਵਿਆਪਕ ਲੈਵਲ ਤੇ, ਵਿਆਪਕ ਹਿੰਦੀ ਦਾ ਸ਼ਬਦ ਹੈ, ਵਿਆਪਕ ਹੋ ਗਿਆ, ਬਲਕਿ ਲਾਰਜਰ ਲੈਵਲ ਤੇ, ਹਾਂਜੀ ਵਾਈਡ ਸਪਰੈਡ। ਠੀਕ ਹੈ ਨਾ?
ਵਾਈਡ ਸਪਰੈਡ ਲੈਵਲ ਤੇ ਇਹ ਦੁੱਖ ਤਕਲੀਫਾਂ ਅਤੇ ਜੁਰਮ ਫੈਲਾ ਸਕਦੀਆਂ ਇਹਨਾਂ ਵੱਲੋਂ ਕੀਤੀਆਂ ਟਿੱਪਣੀਆਂ। ਇਹ ਰੇਡੀਓ ਨੇ ਇਹ ਅਥਾਰਟੀ ਨੇ ਇਹਨਾਂ ਦੇ ਮੂੰਹ ਚੋਂ ਕਢਵਾਇਆ। ਸੈਕੰਡ ਇਹ ਕਢਵਾਇਆ ਅਗਲਾ ਜਿਹੜਾ ਤੁਸੀਂ ਬੋਲਿਆ ਕਿ ਇਹ ਹਿੰਸਾ ਅਤੇ ਕਰੂਰਤਾ ਨੂੰ ਹੱਲਾਸ਼ੇਰੀ ਦੇ ਸਕਦੀਆਂ। ਇਹ ਵੀ ਗੱਲ ਉਹਨਾਂ ਨੇ ਇਹਨਾਂ ਦੇ ਮੂੰਹ ਚੋਂ ਕਢਵਾਈ। ਹਾਂਜੀ, ਇਹਨਾਂ ਨੇ ਮੰਨਿਆ ਕਿ ਠੀਕ ਹੈ ਜੀ ਦੇ ਸਕਦੀਆਂ। ਫਿਰ ਇਹ ਵੀ ਕਿਹਾ ਕਿ ਇਹ ਸਰਗਰਮੀ ਨਾਲ ਕਾਨੂੰਨੀ ਆਦਰ ਅਤੇ ਵਿਆਪਕ ਸਮਾਜਿਕ ਭਾਈਚਾਰੇ ਦੇ ਢਾਂਚੇ ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦੀਆਂ। ਠੀਕ ਹੈ ਨਾ। ਜਿਹੜਾ ਸਮਾਜਿਕ ਭਾਈਚਾਰਾ ਜਿਹਨੂੰ ਗੁਰਬਾਣੀ ਕਹਿੰਦੀ ਹੈ ਯੂਨਿਟੀ ਆਫ ਹਿਊਮਨ ਬੀਇੰਗਸ, ਹਾਂਜੀ, ਉਹਦੇ ਕੰਟਰਾਸਟ ਦੇ ਵਿੱਚ ਇਹਨਾਂ ਦਾ ਜਿਹੜੀ ਇਹ ਸਟੇਟਮੈਂਟ ਸੀ ਗੁਰਬਾਣੀ ਦੇ ਕੰਟਰਾਸਟ ਦੇ ਵਿੱਚ ਸਿੱਖ ਵਿਰਸੇ ਦੀ ਜਿਹੜੀ ਇੱਕ ਜਿਹਨੂੰ ਅਸੀਂ ਸ਼ਾਨੋ ਸ਼ੌਕਤ ਕਹਿੰਦੇ ਆ ਉਹਦੇ ਉਲਟ ਜਾ ਕੇ ਇਹਨਾਂ ਨੇ ਐਸੀਆਂ ਟਿੱਪਣੀਆਂ ਕੀਤੀਆਂ ਜਿਹੜੀਆਂ ਕਿ ਸਰਗਰਮੀ ਨਾਲ ਕਾਨੂੰਨੀ ਆਦਰ ਅਤੇ ਵਿਆਪਕ ਸਮਾਜਿਕ ਭਾਈਚਾਰੇ ਦੇ ਢਾਂਚੇ ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦੀਆਂ ਸਨ। ਬਿਲਕੁਲ। ਇੱਥੇ ਮੈਂ ਆਪਣੀ ਹਾਂਜੀ ਤੁਸੀਂ ਕਰ ਲਓ ਫਿਨਿਸ਼, ਮੈਂ ਫਿਰ ਆਪਣੀ ਇਨਪੁਟ ਦੇ ਕੇ ਫਿਰ ਆਪਾਂ ਅੱਗੇ ਚੱਲਾਂਗੇ ਜੀ। ਹਾਂ, ਹੁਣ ਤੁਸੀਂ ਦੇਖ ਲਓ ਕਿ ਇਹ 3-4 ਲਾਈਨਾਂ ਦੇ ਵਿੱਚ ਇਸ ਪੂਰੇ ਲਾਈਨਾਂ ਦੇ ਫਰੇਮ ਵਰਕ ਦੇ ਵਿੱਚ ਉਹਨਾਂ ਨੇ ਸਭ ਕੁਝ ਪਾਤਾ ਤੇ ਇਹਨਾਂ ਦੇ ਮੂੰਹ ਚੋਂ ਕਢਵਾਇਆ। ਇਹਨਾਂ ਦੀ ਗਲਤੀ ਇਹਨਾਂ ਦੇ ਮੂੰਹ ਚੋਂ ਕਢਵਾ ਕੇ ਸਾਹਮਣੇ ਬੁਲਾਈ ਅਥਾਰਟੀ ਨੇ। ਹਾਂ, ਤੇ ਇਹ ਨਕੇਲ ਪਵਾਈ ਟਕਸਾਲ ਵਾਲਿਆਂ ਨੇ। ਬਿਲਕੁਲ ਠੀਕ ਹੈ ਨਾ। ਤੇ ਜਿਹਨਾਂ ਦੇ ਤੜ ਪੜਨਾ ਚਾਹੁੰਦੇ ਸੀ ਉਹਨਾਂ ਨੇ ਤੇ ਇਹਨਾਂ ਦੀ ਮੂੰਹ ਚੋਂ ਮਾਫੀਨਾਮਾ ਕਢਵਾ ਮਾਰਿਆ। ਯਾਨੀ ਸ਼ਿਕਾਰੀ ਇਕਬਾਲੇ ਜੁਰਮ ਕਢਾ ਮਾਰਿਆ। ਆਪਾਂ ਇਹ ਕਹਿ ਲਈਏ ਵੀ ਸ਼ਿਕਾਰੀ ਖੁਦ ਸ਼ਿਕਾਰ ਹੋ ਗਿਆ ਜੀ। ਹਾਂ, ਨਹੀਂ ਇਕਬਾਲੇ ਜੁਰਮ ਕਰਵਾ ਲਿਆ। ਹਾਂਜੀ, ਨਹੀਂ ਜਾਨੀ ਮੈਂ ਸਮਝਦਾ ਗੱਲ ਇਕਬਾਲੇ ਜ਼ੁਲਮ ਕਰਾ ਲਿਆ ਵੀ ਉਹ ਜ਼ੁਲਮ ਜਿਹੜਾ ਇਹਨਾਂ ਨੇ ਕਰਨਾ ਸੀਗਾ ਉਹ ਪਹਿਲਾਂ ਹੀ ਰੋਕਤਾ ਉਹਨਾਂ ਨੇ ਵੀ ਜਿਹੜਾ ਇਹ ਕਰ ਸਕਦੇ ਸੀ। ਹਾਂ, ਰੋਕ ਦਿੱਤਾ, ਕਰ ਸਕਦੇ ਸੀ। ਔਰ ਹਾਂ, ਉਹ ਕਰ ਸਕਦੇ ਸੀ। ਔਰ ਅਥਾਰਟੀ ਨੇ ਇਸ ਵਾਸਤੇ ਇਹ ਫੈਸਲਾ ਲਿਆ ਕਿ ਸਰੋਤੇ ਸਾਰਿਆਂ ਨੂੰ ਸੁਣਨ ਕਿ ਉਹਨਾਂ ਨੇ ਇਹ ਸਮਝਿਆ ਬਿਲਕੁਲ ਕਿ ਇਹੋ ਜਿਹੀਆਂ ਟਿੱਪਣੀਆਂ ਸਮਾਜ ਨੂੰ ਖਰਾਬ ਕਰਦੀਆਂ ਤੇ ਇਸ ਕਰਕੇ ਸਮਾਜ ਨੂੰ ਅਲਰਟ ਕਰਨਾ ਬੜਾ ਜ਼ਰੂਰੀ ਹੈ। ਹਾਂਜੀ, ਕਿ ਇਹ ਸਟੇਟਮੈਂਟ ਸਮਾਜਿਕ ਹਿੱਤਾਂ ਵਿੱਚ ਨਹੀਂ ਹੈ। ਇਹ ਸਟੇਟਮੈਂਟ ਸਮਾਜਿਕ ਦਾ ਜਿਹੜਾ ਸਲੀਕ ਹੈ ਉਹਦੇ ਫੇਵਰ ਵਿੱਚ ਨਹੀਂ ਹੈ, ਤਾਂ ਕਿ ਉਹ ਸਰੋਤੇ ਜਿਨ੍ਹਾਂ ਨੇ ਇਹ ਸਟੇਟਮੈਂਟ ਸੁਣੀ ਹੈ ਉਹ ਅਲਰਟ ਹੋ ਜਾਣ ਕਿ ਇਹ ਬਦਅਮਨੀ ਵਾਲੀ ਸਟੇਟ ਹੈ, ਇਹ ਗੈਰ ਕਾਨੂੰਨੀ ਸਟੇਟ ਹੈ, ਇਹ ਹਿੰਸਕ ਸਟੇਟਮੈਂਟ ਹੈ, ਇਹ ਸਲੀਕੇ ਦੇ ਖਿਲਾਫ ਹੈ, ਇਹ ਭਾਈਚਾਰੇ ਦੇ ਖਿਲਾਫ ਹੈ, ਇਹ ਕਾਨੂੰਨ ਦੇ ਖਿਲਾਫ ਹੱਲਾਸ਼ੇਰੀ ਦੇਣ ਵਾਲੀ ਸਟੇਟਮੈਂਟ ਹੈ ਤੇ ਉਹ ਬੰਦੇ ਅਲਰਟ ਹੋ ਜਾਣ। ਬਿਲਕੁਲ, ਯਾਨੀ ਗੈਰ ਸਮਾਜਿਕ ਇਹਨਾਂ ਦੀ ਇਹ ਸਟੇਟਮੈਂਟ ਸੀਗੀ, ਯਾਨੀ ਸਮਾਜ ਨੂੰ ਚਲੋ ਗੈਰ ਕਾਨੂੰਨੀ ਆ। ਜਿਹੜੀ ਮੈਂ ਆਪਣੀ ਦਿੰਦਾ ਜੀ ਇਨਪੁਟ ਇੱਥੇ ਵੀ ਟਕਸਾਲੀਆਂ ਦੀ ਇਹ ਕਹਿੰਦਾ ਸੀ ਮੈਂ ਤੜ ਭੰਨਣੀ ਆ, ਜਾਂ ਟਕਸਾਲੀਆਂ ਦੀ ਕਹਿੰਦੇ ਸੀ ਮੈਂ ਅੰਦਰਾਂ ਚੀਰ ਦਿੰਦਾ ਹੁੰਦਾ ਆ, ਯਾਨੀ 10-10 ਘੰਟੇ ਅਸੀਂ ਪ੍ਰੋਗਰਾਮ ਕਰਦੇ ਹਾਂ ਬਿਨਾਂ ਦੇਖੇ, ਉਹ ਵੀ ਮੈਂ ਚਲਾਉਂਗਾ ਅੱਗੇ ਜਾ ਕੇ। ਪਰ ਇੱਥੇ ਟਕਸਾਲੀਆਂ ਨੇ ਇਹਨੇ ਗੁੰਡਾਗਰਦੀ ਵਾਲੀ ਐਗਜ਼ਾਮਪਲ ਪੇਸ਼ ਕੀਤੀ ਜੀ ਜਿਹੜੀ ਇਹ ਟਕਸਾਲੀਆਂ ਤੇ ਦੋਸ਼ ਲਾਉਂਦਾ। ਔਰ ਟਕਸਾਲੀਆਂ ਨੇ ਇਹੀ ਨਹੀਂ BSA ਵਾਲੀ ਜਿਹੜੀ ਕੰਪਲੇਂਟ ਹੈ ਜੀ ਵਾਇਆ ਲੀਗਲ ਚੈਨਲ ਜਾ ਕੇ ਇਹਨਾਂ ਨੂੰ ਨੱਥ ਪਾਈ। ਜਿਹੜਾ ਮੁਠੱਡੇ ਵਾਲੀ ਮਾਫੀ ਵੀ ਹੈ ਜੀ ਉਹ ਵੀ ਟਕਸਾਲ ਨੇ ਕੀਤੀ ਔਰ ਵਾਇਆ ਲੀਗਲ ਚੈਨਲ ਕੀਤੀ। ਬਿਲਕੁਲ, ਇੱਥੇ ਤੇ ਟਕਸਾਲੀ ਨੰਬਰ ਲੈ ਗਏ ਜਾਨੀ ਟਕਸਾਲੀ ਤੜ ਭੰਨ ਗਈ ਜੀ ਇਹਦੀ। ਦੇਖੋ ਹਾਂ, ਭੰਨ ਗਏ ਨਾ ਤੜ। ਉਹ ਦੇਖੋ ਨਾ, ਮੁਠੱਡੇ ਦੇ ਮਾਮਲੇ ਵਿੱਚ ਕਿਹਾ ਜਾ ਸਕਦਾ ਹੈ ਉਸ ਸ਼ਖਸ ਦੇ ਬਾਰੇ ਚ ਕਿਹਾ ਜਾ ਸਕਦਾ ਹੈ ਕਿ ਬਈ ਉਹ ਆਨ ਸਪॉट ਐਸਾ ਗੱਲ ਹੋਈ, ਆਨ ਸਪॉट ਕੁਝ ਐਸਾ ਹੋ ਗਿਆ, ਉਹ ਮਜਬੂਰ ਹੋ ਗਿਆ, ਉਹ ਸਟ੍ਰੈਟਜੀ ਅਡਾਪਟ ਕਰਨੀ ਪਈ, ਕੁਝ ਕਰਨਾ ਪਿਆ। ਬਟ ਇੱਥੇ ਤੇ ਸਟ੍ਰੈਟਜੀ ਸੀ ਕਿ ਨਹੀਂ ਅਸੀਂ ਕੁਝ ਵੀ ਨਹੀਂ ਕੀਤਾ, ਅਸੀਂ ਕੇਸ ਲੜਾਂਗੇ, 10 ਮਹੀਨੇ ਲੜਾਂਗੇ। ਹਾਂਜੀ, ਪਰ ਇੱਥੇ ਸਾਰੀ ਸਟ੍ਰੈਟਜੀ ਐਕਸਪਲੋਇਟ ਕਰਨ ਤੋਂ ਬਾਅਦ, ਸਾਰੀ ਸਟ੍ਰੈਟਜੀ ਵਰਤਣ ਤੋਂ ਬਾਅਦ ਇਹ ਜੰਗ ਹਾਰ ਗਏ। ਜੰਗ ਹਾਰਨ ਤੋਂ ਬਾਅਦ ਇਹਨਾਂ ਨੇ ਆਪਣਾ ਅਪਰਾਧ ਦਾ ਕਬੂਲਨਾਮਾ ਲਿਖਿਆ ਔਰ ਫਿਰ ਉਹੀ ਕਬੂਲਨਾਮਾ ਜਿਹੜਾ ਉਹ ਬ੍ਰਾਡਕਾਸਟਿੰਗ ਅਥਾਰਟੀ ਨੇ ਰੇਡੀਓ ਤੇ ਬੁਲਵਾਇਆ ਇਹਨਾਂ ਕੋਲੋਂ। ਇਹਨੂੰ ਮੈਂ ਕਹੂੰਗਾ ਸ਼ਰਿਆਮ ਬੋਲੋ, ਜਿਹੜਾ ਰੇਡੀਓ ਤੇ ਬੁਲਵਾਇਆ ਉਹਨੂੰ ਮੈਂ ਕਹੂੰਗਾ ਜੀ ਪੰਜਾਬੀ ਐਨਾਲੋਜੀ ਆਪਣੇ ਮੂੰਹ ਤੇ ਆਪ ਚਪੇੜਾ ਮਾਰੋ, ਬਜਾਏ ਕਿ ਅਸੀਂ ਸੁਣਾਈਏ ਪੜ੍ਹ ਕੇ, ਤੁਸੀਂ ਆਪ ਪੜ੍ਹ ਕੇ ਸੁਣਾਓ। ਹਾਂ, ਮੈਂ ਤਾਂ ਹੀ ਤਾਂ ਕਹਿ ਰਿਹਾ, ਮੈਂ ਇੱਕ ਕੰਪੈਰੀਜ਼ਨ ਡਰਾ ਕਰਕੇ ਕਹਿ ਰਿਹਾ ਨਾ ਕਿ ਜਿਹੜਾ ਵਰਪਾਲ ਰਾਂ ਦੇ ਮਾਮਲੇ ਵਿੱਚ ਜਾਂ ਕਿਸੇ ਲੇਡੀ ਦੇ ਮਾਮਲੇ ਵਿੱਚ ਜਿਹੜੀ ਗੱਲ ਹੋਈ ਸੀ ਜਾਂ ਗ੍ਰੰਥੀਆਂ ਦੇ ਮਾਮਲੇ 'ਚ ਹੋਈ ਸੀ ਕਿ ਉੱਥੇ ਫਾਈਨੈਂਸ਼ੀਅਲ ਜਿਹੜੀ ਆ ਉਹ ਫਰਾਡ ਜਿਹੜਾ ਉਹ ਪਲੇ ਕੀਤਾ ਗਿਆ ਸੀ, ਉਹਨੂੰ ਉਸ ਤੋਂ ਇਲਾਵਾ ਉਹ ਕੇਸਾਂ ਦੀ ਡਾਇਮੈਂਸ਼ਨ ਜਿਹੜੀ ਹੈ, ਉਹ ਕੇਸਾਂ ਦੀ ਜਿਹਦੇ ਵਿੱਚ ਜਿਹੜੀ ਗਲਤੀ ਕੀਤੀ ਗਈ ਸੀ, ਦੈਟ ਵਾਸ ਪੁਆਇੰਟਡ ਟੂਵਰਡਸ ਫਿਊ ਇੰਡੀਵਿਜੂਅਲ, ਇੱਕ ਜਾਂ ਦੋ ਇੰਡੀਵਿਜੂਅਲਾਂ ਦੇ ਪ੍ਰਤੀ ਉਹ ਅਪਰਾਧ ਕੀਤਾ ਗਿਆ ਸੀ ਜਿਹਦੇ ਵਿੱਚ ਉਹ ਸਜ਼ਾ ਮਿਲੀ ਜਾਂ ਜਿੱਥੇ ਕੇਸ ਹਾਰੇ। ਇਹ ਮਾਮਲਾ ਜ਼ਿਆਦਾ ਗੰਭੀਰ ਇਸ ਵਾਸਤੇ ਹੈ, ਇਹਨਾਂ ਲਈ ਇਸ ਵਾਸਤੇ ਹੈ ਕਿ ਕੋਈ ਵੀ ਸਿਆਣਾ ਬੰਦਾ ਇਹਨੂੰ ਸੋਚੇਗਾ ਕਿ ਬ੍ਰਾਡਕਾਸਟਿੰਗ ਅਥਾਰਟੀ ਨੇ ਤੇ ਡਿਕਲੇਅਰ ਕਰਤਾ ਨਾ ਕਿ ਤੁਹਾਡੀਆਂ ਇਹ ਸਟੇਟਮੈਂਟਾਂ ਪੂਰੇ ਸਮਾਜ ਦੇ ਪ੍ਰਤੀ ਅਪਰਾਧ ਨੇ, ਬਿਲਕੁਲ ਨਾ ਕੇਵਲ ਟਕਸਾਲੀਆਂ ਦੇ ਪ੍ਰਤੀ।
ਠੀਕ ਹੈ ਜੀ, ਆਪਾਂ ਅੱਗੇ ਇਸ ਚੱਲੀਏ। ਵਾਸਤੇ ਇਹ ਜਿੰਨਾ ਜ਼ਿਆਦਾ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਇਹਨਾਂ ਨੇ ਇਸ ਨੂੰ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੇਸਿਕਲੀ ਇਟਸ ਅ ਵੈਰੀ ਬਿਗ ਡੀਲ। ਪਰ ਇਹਨਾਂ ਨੂੰ ਐਂ ਲੱਗਦਾ ਨਾ ਵੀ ਇਹ ਜਿਹੜੇ ਕਹਿ ਰਹੇ ਨੇ, ਜਿਹੜੇ ਇਹ ਤੋਂ ਬਾਅਦ ਰਿਐਕਸ਼ਨਸ ਆਉਂਦੇ ਨੇ ਨੇਕੀ ਦੇ ਰੇਡੀਓ ਤੇ ਹੀ ਆਉਂਦੇ ਨੇ ਜੀ, ਆਦੀ ਮਾਫੀਨਾਮੇ ਪੜਨ ਤੋਂ ਬਾਅਦ, ਅਖੇ ਅਸੀਂ ਤਿਆਰੀ ਕਰੀ ਬੈਠੇ ਸੀ, ਅਸੀਂ ਮੂੰਹ ਸਵਾਰੀ ਬੈਠੇ ਸੀਗੇ ਵੀ ਮਾਫੀ ਮੰਗੂਗਾ, ਨੇਕੀ ਹੱਥ ਜੋੜੂਗਾ, ਵੀ ਅਸੀਂ ਇਹ ਐਕਸਪੈਕਟ ਕਰਦੇ ਸੀਗੇ, ਤੇ ਸਾਡਾ ਜਿਵੇਂ ਵੀ ਉਮੀਦਾਂ ਦੇ ਪਾਣੀ ਫਿਰ ਗਿਆ ਜਿਹੜੇ ਹਿਸਾਬ ਨਾਲ ਮਾਫੀ ਮੰਗੀ ਹੈ। ਮੈਂ ਤਾਂ ਕਹਿੰਦਾ ਇਸ ਤੋਂ ਵਧੀਆ ਕੋਈ ਤਰੀਕਾ ਹੀ ਨਹੀਂ ਹੋ ਸਕਦਾ ਜੀ ਮਾਫੀ ਦਾ। ਨਾ ਇਹ ਦੇਖੋ, ਇਹ ਤੇ ਫਿਰ ਮੈਂ ਕਹਾਂਗਾ ਕਿ ਜਿਹੜੇ ਵੀ ਸਰੋਤੇ ਨੇ, ਜਿਹੜੇ ਕਿ ਅਨਪੜ੍ਹੇ ਸਰੋਤੇ ਨੇ, ਜਿਹੜੇ ਕਿ ਕਾਨੂੰਨ ਦੇ ਤਕਾਜ਼ੇ ਔਰ ਐਸੀ ਸਟੇਟਮੈਂਟਸ ਦੇ ਤਕਾਜ਼ਿਆਂ ਨੂੰ ਸਮਝ ਹੀ ਨਹੀਂ ਸਕਦੇ, ਉਹ ਤੇ ਇਹੀ ਕਹਿਣਗੇ ਜੀ ਮਾਫੀ ਸ਼ਬਦ ਕਿੱਥੇ ਆਇਆ। ਉਹ ਤਾਂ ਕਹਿਣਗੇ ਕਿ ਬੇਸਿਕਲੀ ਉਹਨਾਂ ਨੂੰ ਪੜ੍ਹਨਾ ਹੀ ਨਹੀਂ ਆਉਂਦਾ, ਉਹ ਅਨਪੜ੍ਹੇ। ਬਿਲਕੁਲ। ਲੇਕਿਨ ਜਿਸ ਨੂੰ ਜਿਹੜੀ ਅਥਾਰਟੀ ਹੈ ਉਹ ਅਨਪੜ੍ਹੀ ਥੋੜੀ ਹੈ, ਨਹੀਂ ਹੈਗੀ ਅਨਪੜ੍ਹ ਜੀ। ਪਰ ਇਹ ਹੁਣ ਆਪਾਂ ਨੂੰ ਜਿਹੜਾ ਤੁਸੀਂ ਜਿਵੇਂ ਐਕਸਪਲੇਨ ਕੀਤੀ ਹੈ ਨਾ, ਇਹ ਵਾਲਾ ਜਿਹੜੇ ਐਂਗਲ ਤੋਂ ਤੁਸੀਂ ਐਕਸਪਲੇਨ ਕੀਤਾ ਆ, ਇਹ ਇਹਨਾਂ ਦੀਆਂ ਭੇਡਾਂ, ਇਹਨਾਂ ਦੇ ਜਿਹੜੀ ਭੇਡ ਵਿਰਤੀ ਮੈਂ ਕਹੂੰਗਾ, ਜਾਂ ਖਾਸ ਭੇਡਾਂ ਵੀ ਨੇ, ਤੇ ਉਹਨਾਂ ਦੇ ਵਿੱਚ ਇਹ ਚੀਜ਼ ਲੈ ਕੇ ਜਾਣੀ ਜ਼ਰੂਰੀ ਹੈ। ਉਹ ਸੁਣ ਰਹੀਆਂ ਨੇ, ਇੱਥੋਂ ਗਾਲੀ ਗਲੋਚ ਕਰ ਰਹੀਆਂ ਨੇ, ਆ ਤੁਹਾਡੇ ਨੇਕੀ ਦੇ ਬਾਰੇ ਜਿਹੜੀ। ਦੇਖੋ ਇਹ ਗੱਲਾਂ ਕਰ ਲੈਣ, ਇਹ ਗੱਲਾਂ ਕਰ ਲੈਣ, ਲੇਕਿਨ ਟਕਸਾਲ ਦੇ ਪੱਖ ਦੇ ਤਰਫੋਂ ਦੇਖਿਆ ਜਾਏ ਜਾਂ ਆਮ ਜਨਤਾ ਦੇ ਸਮਾਜ ਦੇ ਪੱਖ ਤੋਂ ਦੇਖਿਆ ਜਾਏ, ਤੇ ਇਹ ਇੱਕ ਰਿਕਾਰਡ ਬਣ ਗਿਆ। ਇੱਕ ਰਿਕਾਰਡ ਬਣ ਗਿਆ ਕਿ ਰੇਡੀਓ ਦੇ ਕੁਝ ਬੰਦੇ ਐਸੀਆਂ ਸਟੇਟਮੈਂਟਾਂ ਦੇ ਕੇ ਸਮਾਜ ਦੇ ਪ੍ਰਤੀ ਅਪਰਾਧ ਕਰ ਰਹੇ ਸੀ, ਔਰ ਉਸ ਅਪਰਾਧ ਨੂੰ BSA ਸਟੈਂਡਰਡ ਆਫ ਨਿਊਜ਼ੀਲੈਂਡ ਦੇ BSA ਜਿਹੜੀ ਅਥਾਰਟੀ ਹੈ ਉਹਨੇ ਨਕੇਲ ਪਾਈ ਹੈ, ਔਰ ਇਹਨਾਂ ਨੂੰ ਨੱਕੋਂ ਫੜ ਕੇ ਕੰਨੋਂ ਫੜ ਕੇ ਕੁਰਸੀ ਤੇ ਬਿਠਾ ਕੇ ਸਟੇਟਮੈਂਟ ਬੁਲਵਾਈ ਹੈ। ਹਾਂ, ਇਹ ਵਾਦਾ ਨਹੀਂ ਹੈ, ਇਹ ਉਹਨਾਂ ਨੇ ਕੰਨੋਂ ਫੜ ਕੇ ਬਿਠਾਇਆ ਕੁਰਸੀ ਤੇ, ਬੋਲੋ ਇਹ। ਬਿਲਕੁਲ। ਤੇ ਇਹਦੇ ਚ ਸਾਡੀਆਂ ਸਟੇਟਮੈਂਟਾਂ ਸਮਾਜਿਕ ਅਪਰਾਧ ਨੂੰ ਇਨਸਾਈਟ ਕਰ ਰਹੀ। ਹਾਂ, ਇਹਦੀ ਸੈਂਸ ਇਹ ਹੈ ਇਸ ਆਰਡਰ ਦੀ। ਹਾਂਜੀ ਬਿਲਕੁਲ। ਇੱਕ ਮੈਂ ਕਟਾਕਸ਼ ਕਰਦੀ ਪੋਸਟ ਪਾਈ ਸੀ ਕੱਲ, ਕਿਉਂਕਿ ਕਪੂਰ ਦੇ ਗ੍ਰੰਥ ਦੀ ਬਹੁਤ ਵਿਆਖਿਆ ਕਰਦਾ ਜੀ ਨਾ, ਕਪੂਰ ਫਲਾਣਾ ਕਹਿੰਦਾ, ਕਪੂਰ ਆਹ ਕਹਿੰਦਾ, ਕਪੂਰ ਧਮਕਾ ਕਹਿੰਦਾ। ਮੈਂ ਪੋਸਟ ਪਾਈ ਸੀ ਕੱਲ, ਕਾਸ਼ ਕਿਤੇ ਕਪੂਰ ਨੇ ਇਹ ਵੀ ਲਿਖਿਆ ਹੁੰਦਾ ਕਿ ਜੇ ਇਨਸਾਨ ਨੂੰ ਥੁੱਕ ਕੇ ਵਾਰ-ਵਾਰ ਚੱਟਣਾ ਪਵੇ ਤਾਂ ਥੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ। ਉਹ ਠੀਕ ਹੈ ਗੱਲ, ਬਿਲਕੁਲ ਠੀਕ ਗੱਲ ਹੈ। ਹਾਂਜੀ, ਦੇਖੋ ਇੱਕ ਹੋਰ ਗੱਲ ਹੈ ਕਿ ਇੱਕ ਕਪੂਰ ਦੀ ਇੱਕ ਕੋਟੇਸ਼ਨ ਵੀ ਅਕਸਰ ਇਹ ਕੋਟ ਕੀਤੀ ਜਾਂਦੀ ਹੈ। ਹਾਂਜੀ, ਕਿ ਬਈ ਬੰਦੇ ਨੂੰ ਜੰਗ ਆਪਣੇ ਪਸੰਦ ਦੇ ਮੈਦਾਨ ਵਿੱਚ ਲੜਨੀ ਚਾਹੀਦੀ ਹੈ। ਠੀਕ ਹੈ ਨਾ। ਹੁਣ ਇਹਨਾਂ ਨੇ ਆਪਣਾ ਪਸੰਦ ਦਾ ਮੈਦਾਨ ਚੁਣਿਆ, ਰੇਡੀਓ ਸਟੂਡੀਓ, ਜਿੱਥੇ ਇਹਨਾਂ ਨੇ ਟਕਸਾਲ ਦੇ ਬਾਰੇ ਵਿੱਚ ਸਟੇਟਮੈਂਟ ਦਿੱਤੀ। ਹਾਂਜੀ, ਤੇ ਟਕਸਾਲ ਦੇ ਬੰਦਿਆਂ ਨੇ ਇਹਨਾਂ ਦੇ ਮੈਦਾਨ ਵਿੱਚ ਆ ਕੇ ਹੀ ਇਹਨਾਂ ਨੂੰ ਪਟਖਨੀ ਦੇ ਦਿੱਤੀ। ਬਿਲਕੁਲ। ਇਸ ਵਾਰ ਤੇ ਇਹ ਕੰਮ ਹੋਇਆ ਕਿ ਇਹਨਾਂ ਨੇ ਆਪਣੇ ਪਸੰਦ ਦਾ ਮੈਦਾਨ ਚੁਣਿਆ। ਮੈਦਾਨ ਕੀ ਸੀ? ਰੇਡੀਓ ਸਟੂਡੀਓ। ਬਈ ਇੱਥੇ ਸਟੇਟਮੈਂਟ ਦਿਓ, ਪੰਜਾਬ ਤੇ ਜਾ ਕੇ ਦੇ ਨਹੀਂ ਸਕਦੇ, ਇੱਥੇ ਦੇ ਦਿਓ। ਉੱਥੇ ਦੇਤੀ ਸਟੇਟਮੈਂਟ। ਹੁਣ ਇਹਨਾਂ ਨੇ ਮੈਦਾਨ ਚੁਣਿਆ ਕਪੂਰ ਦੇ ਮੁਤਾਬਕ, ਆਪਣੀ ਪਸੰਦ ਦਾ, ਕਿ ਜਿੱਥੇ ਉੱਥੇ ਲੜਾਈ ਲੜੀਏ ਜਿੱਥੇ ਅਸੀਂ ਜਿੱਤ ਸਕਦੇ ਹਾਂ, ਉਹ ਜਿਹੜਾ ਮੈਦਾਨ ਸਾਡੀ ਪਸੰਦ ਹੋਏ। ਇਹਨਾਂ ਨੇ ਆਪਣੀ ਪਸੰਦ ਦੇ ਮੈਦਾਨ ਵਿੱਚ ਬੈਠ ਕੇ ਸਟੇਟਮੈਂਟ ਦਿੱਤੀ। ਉਹ ਬੰਦਾ ਕੰਪਲੇਨਰ ਜਿਹੜਾ, ਉਹ ਇਹਨਾਂ ਦੇ ਮੈਦਾਨ ਵਿੱਚ ਆਇਆ। ਇਹਨਾਂ ਦੇ ਮੈਦਾਨ ਵਿੱਚ ਆ ਕੇ ਇਹਨਾਂ ਨੂੰ ਲੈ ਗਿਆ ਘਸੀਟ ਕੇ ਅਥਾਰਟੀ ਦੇ ਕੋਲ। ਅਥਾਰਟੀ ਕੋਲ 10 ਮਹੀਨੇ ਇਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਕਿ ਵੀ ਅਸੀਂ ਲੜੀਏ, ਅਸੀਂ ਜਿੱਤੀਏ, ਲੇਕਿਨ ਅਥਾਰਟੀ ਨੇ ਇਹਨਾਂ ਨੂੰ ਅਪਰਾਧੀ ਘੋਸ਼ਿਤ ਕਰਤਾ ਔਰ ਕੰਨੋਂ ਪਕੜ ਕੇ ਬਿਠਾਤਾ ਕੁਰਸੀ ਦੇ। ਉਹ ਟਾਈਮ ਫਿਕਸ ਕਰਤਾ ਵੀ ਸਟੇਟਮੈਂਟ ਦਿਓ। ਸਟੇਟਮੈਂਟ ਇਹਨਾਂ ਨੂੰ ਦੇਣੀ ਪਈ। ਔਰ ਇਹ ਬਾਕੀ ਸਾਰੇ ਮੁਕੱਦਮੇ ਜਿਹੜੇ ਪਿਛਲੇ ਹੋਏ ਨਾ, ਸਿਰਫ ਇੱਕ ਫਾਈਨੈਂਸ਼ੀਅਲ ਵਾਲੇ ਨੂੰ ਤੁਸੀਂ ਛੱਡ ਦਿਓ, ਉਹ ਇੱਕ ਫਰਾਡ ਦਾ ਮਾਮਲਾ ਸੀ। ਜਿਹੜੇ ਬਾਕੀ ਇਹ ਇੱਜ਼ਤ ਤੱਕ ਜਾਂ ਗਲਤ ਸਟੇਟਮੈਂਟਾਂ ਜਾਂ ਵੂਮਨ ਅਬਿਊਜ਼ ਦੇ ਜਿਹੜੇ ਮਾਮਲੇ ਹਨ ਨਾ, ਉਹਨਾਂ ਵਿੱਚ ਸਭ ਤੋਂ ਸੀਰੀਅਸ ਜਿਹੜਾ ਇਹਨਾਂ ਨੂੰ ਸੈਟਬੈਕ ਪਹੁੰਚਿਆ ਨਾ, ਸੈਟਬੈਕ ਜਿਹੜਾ ਸੀਰੀਅਸਲੀ ਪਹੁੰਚਿਆ, ਉਹ ਇਸ ਐਪੀਸੋਡ ਤੋਂ ਪਹੁੰਚਿਆ। ਓਕੇ। ਹਾਂ, ਕਿਉਂਕਿ ਇਹਨਾਂ ਨੂੰ ਡਿਕਲੇਅਰ ਕੀਤਾ ਗਿਆ ਕਿ ਇਹ ਸਮਾਜਿਕ ਅਪਰਾਧ ਕਰਨ ਵਾਲੀ ਸਟੇਟਮੈਂਟ ਦੇ ਰਹੇ ਸੀ। ਇਹ ਸਮਾਜਿਕ ਅਪਰਾਧ ਕਮਿਟ ਕਰਨ ਵੱਲ ਜਾ ਰਹੇ ਸੀ, ਜਿੱਤੋਂ ਅਥਾਰਟੀ ਨੇ ਇਹਨਾਂ ਨੂੰ ਰੋਕਿਆ। ਹਾਂ, ਇੱਕ ਇਹਨਾਂ ਦੇ ਚੇਲੇ ਦਾ ਮੈਂ ਕਮੈਂਟ ਪੜ੍ਹਨਾ ਚਾਹੁੰਦਾ।